ਸਤਿ ਸ਼੍ਰੀ ਅਕਾਲ ਦੋਸਤੋ। ਅਸੀਂ ਥੋੜ੍ਹਾ ਵੈਟਲੈਂਡ ਬਾਰੇ ਪੜ੍ਹਦੇ ਪਏ ਸੀ, ਉਹਨੂੰ ਹੀ ਕੰਟੀਨਿਊ ਕਰਦੇ ਹਾਂ ਜੀ। ਭਾਰਤ ਦੇ ਵੈਟਲੈਂਡ ਭਾਰਤ ਵਿੱਚ ਕੁੱਲ 27,000 ਤੋਂ ਉੱਤੇ ਵੈਟਲੈਂਡਸ ਹਨ, ਜਿਨ੍ਹਾਂ ਵਿੱਚੋਂ 23,444। ਡਾਟਾ ਸਾਰਾ ਨਹੀਂ ਯਾਦ ਕਰਨਾ, ਇੰਨਾ ਯਾਦ ਕਰ ਲਓ ਕਿ ਦੇਖੋ ਜੇ 28,000 ਦੇ ਕਰੀਬ ਹੈ ਤਾਂ ਉਹਦੇ ਵਿੱਚੋਂ ਅੱਧੇ ਤੋਂ ਕਾਫੀ ਜ਼ਿਆਦਾ ਕਿਹੜੇ ਆ ਜੀ? ਅੰਦਰੂਨੀ ਵੈਟਲੈਂਡ ਹਨ, ਇਨਲੈਂਡ ਵੈਟਲੈਂਡ ਹਨ, ਤੇ 4-4,500 ਦੇ ਕਰੀਬ ਹੀ ਤੱਟ ਵਾਲੇ ਕੋਸਟਲ ਵੈਟਲੈਂਡ ਹਨ। ਇਹ ਸੰਖਿਆ ਥੋੜ੍ਹੀ ਬਹੁਤੀ ਵੇਰੀ ਕਰ ਸਕਦੀ ਹੈ, ਪਰ ਤੁਸੀਂ ਇੰਨਾ ਯਾਦ ਰੱਖਣਾ ਕਿ ਜ਼ਿਆਦਾਤਰ ਜਿਹੜੇ ਵੈਟਲੈਂਡ ਆ ਨਾ, ਉਹ ਇਨਲੈਂਡ ਆ, ਉਹ ਕੋਸਟਲ ਨਹੀਂ ਹੈਗੇ, ਉਹ ਅੰਦਰੂਨੀ ਵੈਟਲੈਂਡ ਆ। ਇਹ ਸਾਡੇ ਕੋਸਟ ਵਿੱਚ ਜ਼ਿਆਦਾ ਨਹੀਂ ਹੈਗੇ। ਸਾਨੂੰ ਦੇਖਣ ਨੂੰ ਲੱਗੇਗਾ ਕਿ ਸਮੁੰਦਰ ਦੇ ਕੰਢੇ ਵੈਟਲੈਂਡ ਜ਼ਿਆਦਾ ਹੋਣਗੇ, ਪਰ ਜ਼ਿਆਦਾ ਵੈਟਲੈਂਡ ਦੀ ਸੰਖਿਆ ਇਨਲੈਂਡ ਵੈਟਲੈਂਡ ਵਾਲੀ ਆ। ਅੰਦਰੂਨੀ ਝੀਲਾਂ ਜਾਂ ਅੰਦਰੂਨੀ ਜਿਹੜੇ ਵੈਟਲੈਂਡ ਆ, ਝੀਲ ਨਾ ਲਿਖੋ, ਵੈਟਲੈਂਡ ਲਿਖੋ ਇੱਥੇ, ਉਹ ਕੋਸਟਲ ਨਾਲੋਂ ਜ਼ਿਆਦਾ ਹਨ। ਵੈਟਲੈਂਡ ਨੇ ਭਾਰਤ ਦੇ 19% 18% ਦੇ ਕਰੀਬ, 18-19, ਚਲੋ 18 ਯਾਦ ਰੱਖੋ, 18 ਦੇ ਕਰੀਬ ਖੇਤਰ ਤੇ ਕਬਜ਼ਾ ਕੀਤਾ ਹੈ, ਜਿਸ ਵਿੱਚ 70% ਝੋਨੇ ਦੀ ਕਾਸ਼ਤ ਅਧੀਨ ਹਨ। 18% ਟੋਟਲ ਵੈਟਲੈਂਡ ਆ ਜੀ, ਤੇ ਇਹਨਾਂ ਵਿੱਚੋਂ ਜ਼ਿਆਦਾਤਰ ਵੈਟਲੈਂਡ ਕਿਹੜੇ ਆ ਜੀ? ਪੈਡੀ ਕਲਟੀਵੇਸ਼ਨ ਦੇ ਅੰਦਰ ਆਉਂਦੇ ਆ। 70% ਕੀ ਹੈ ਜੀ? ਪੈਡੀ ਕਲਟੀਵੇਸ਼ਨ ਦੇ ਅਧੀਨ ਆਉਂਦੇ ਆ। ਠੀਕ, ਇਹ ਯਾਦ ਰੱਖਣੀ ਤੁਸੀਂ ਗੱਲ, ਇੰਪੋਰਟੈਂਟ ਡਾਟਾ ਆ ਇਹ ਵੀ। ਜ਼ਿਆਦਾਤਰ ਪੈਡੀ ਕਲਟੀਵੇਸ਼ਨ ਵਾਲੇ ਵੈਟਲੈਂਡ ਆ। ਭਾਰਤ ਵਿੱਚ ਕਈ ਕਿਸਮਾਂ ਦੇ ਕੁਦਰਤੀ ਵੈਟਲੈਂਡ ਹਨ, ਜੋ ਹਿਮਾਲਿਆ ਦੇ ਉੱਚੇ ਉਚਾਈ ਵਾਲੇ ਵੈਟਲੈਂਡਸ ਤੋਂ ਲੈ ਕੇ ਮੁੱਖ ਨਦੀ ਪ੍ਰਣਾਲੀਆਂ, ਰਿਵਰ ਸਿਸਟਮ ਦੇ ਹੜ੍ਹ ਦੇ ਮੈਦਾਨ, ਫਲੱਡ ਪਲੇਨ, ਸੁੱਕੇ ਅਤੇ ਅਰਧ ਸੁੱਕੇ ਖੇਤਰਾਂ ਦੇ ਖਾਰੇ ਅਤੇ ਅਸਥਾਈ ਝੀਲਾਂ, ਇੱਥੇ ਲਿਖੋ ਵੈਟਲੈਂਡ ਲਿਖੋ, ਝੀਲ ਨਾ ਲਿਖੋ, ਵੈਟਲੈਂਡ ਲਿਖੋ। ਇਹ ਇੰਡੀਆ ਵਿੱਚ ਪਾਏ ਜਾਣ ਵਾਲੇ ਅਲੱਗ-ਅਲੱਗ ਵੈਟਲੈਂਡ ਆ ਜੀ। ਉੱਤੇ ਹਿਮਾਲਿਆ ਦੀ ਉਚਾਈ ਵਿੱਚ ਵੀ ਪਾਏ ਜਾਂਦੇ ਆ, ਰਿਵਰ ਸਿਸਟਮ ਦੇ ਫਲੱਡ ਪਲੇਨ ਤੇ ਵੀ ਪਾਏ ਜਾਂਦੇ ਆ, ਡਰਾਈ ਏਰੀਆ ਦੇ ਵਿੱਚ ਪਾਏ ਜਾਂਦੇ ਕੁਝ ਵੈਟਲੈਂਡ ਜੋ ਕਿ ਜ਼ਿਆਦਾ ਖਾਰੇ ਆ ਤੇ ਅਸਥਾਈ ਆ। ਅਸਥਾਈ ਕਿਉਂ? ਕਿਉਂਕਿ ਜਦੋਂ ਮੀਂਹ ਪੈਂਦਾ ਉਸ ਵੇਲੇ ਇਹਦੇ ਵਿੱਚ ਪਾਣੀ ਆ ਜਾਂਦਾ, ਅਦਰਵਾਈਜ਼ ਇਹ ਸੁੱਕ ਜਾਂਦੇ ਆ। ਤੇ ਕੋਸਟਲ ਇਕੋਸਿਸਟਮ ਵਿੱਚ ਆ ਝੀਲਾਂ ਦੀ ਥਾਂ ਇਕੋਸਿਸਟਮ ਲਿਖੋ। ਕੋਸਟਲ ਇਕੋਸਿਸਟਮ ਜਿਵੇਂ ਲਗੂਨ ਹੋ ਗਿਆ, ਬੈਕ ਵਾਟਰ ਹੋ ਗਿਆ, ਮੈਂਗਰੂਵਸ, ਐਸਚੁਰੀਜ਼ ਤੇ ਸਵੈਂਪ ਵਾਲੇ ਏਰੀਏ ਤੇ ਕੋਰਲ ਰੀਫ, ਇਹ ਵੀ ਕੀ ਹੈ ਜੀ? ਵੈਟਲੈਂਡ ਦੇ ਵਿੱਚ ਹੀ ਆ ਜਾਂਦੇ ਆ। ਓਕੇ ਜੀ, ਅੱਗੇ ਇਹਦੀ ਗੱਲ ਮੌਂਟ੍ਰਿਕਸ ਰਿਕਾਰਡ ਦੀ। ਮੌਂਟ੍ਰਿਕਸ ਰਿਕਾਰਡ ਇਹ ਕੀ ਹੁੰਦਾ? ਦੇਖੋ ਜੀ, ਵੈਟਲੈਂਡ ਬਹੁਤ ਇੰਪੋਰਟੈਂਟ ਜਗ੍ਹਾ ਆ, ਤੇ ਇਹਨਾਂ ਦੇ ਸੰਰਕਸ਼ਣ ਲਈ, ਇਹਨਾਂ ਦੀ ਪ੍ਰੋਟੈਕਸ਼ਨ ਲਈ ਕਈ ਦੇਸ਼ਾਂ ਨੇ ਮਿਲ ਕੇ ਫਿਰ ਮੀਟਿੰਗਾਂ ਕੀਤੀਆਂ, ਤੇ ਈਰਾਨ ਦੇ ਇੱਕ ਸ਼ਹਿਰ ਰਾਮਸਰ ਵਿਖੇ ਸੰਧੀਆਂ ਸਾਈਨ ਹੋਈ ਜੀ, ਕਨਵੈਨਸ਼ਨ ਸਾਈਨ ਹੋਈ। ਉਹਨੂੰ ਕਹਿੰਦੇ ਜੀ ਰਾਮਸਰ ਕਨਵੈਨਸ਼ਨ। ਰਾਮਸਰ ਕਨਵੈਨਸ਼ਨ, ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਆਪਣੇ ਵੈਟਲੈਂਡ ਆ ਉਹਨਾਂ ਦੀ ਇੱਕ ਲਿਸਟ ਬਣਾਵਾਂਗੇ, ਜਿਹਨੂੰ ਕਹਿੰਦੇ ਰਾਮਸਰ ਸਾਈਟ ਦੀ ਲਿਸਟ, ਵੀ ਆਹ ਸਾਡੇ ਇੰਪੋਰਟੈਂਟ ਵੈਟਲੈਂਡ ਆ ਤੇ ਅਸੀਂ ਇਹਨਾਂ ਦਾ ਬਚਾਅ ਕਰਨਾ ਹੈ। ਤੇ ਉਸ ਰਾਮਸਰ ਲਿਸਟ ਵਿੱਚੋਂ, ਉਸ ਰਾਮਸਰ ਜਿਹਦਾ ਮੰਨ ਲਓ ਕਿ ਆਹ ਹੈਗੀ ਪੂਰੀ ਰਾਮਸਰ ਲਿਸਟ, ਤੇ ਉਹਦੇ ਵਿੱਚੋਂ ਹੀ ਇੱਕ ਹੋਰ ਲਿਸਟ ਆ ਜੀ, ਉਹਨੂੰ ਕਹਿੰਦੇ ਜੀ ਮੌਂਟ੍ਰਿਕਸ ਰਿਕਾਰਡ। ਤੇ ਮੌਂਟ੍ਰਿਕਸ ਰਿਕਾਰਡ ਵਿੱਚ ਕੀ ਹੁੰਦਾ ਹੈ ਕਿ ਉਹ ਵਾਲੇ ਵੈਟਲੈਂਡ ਦੇ ਨਾਮ ਸ਼ਾਮਿਲ ਹੁੰਦੇ ਆ ਜਿਨ੍ਹਾਂ ਨੂੰ ਕਾਫੀ ਖਤਰਾ ਆ, ਜਿਹੜੇ ਖਤਰਾ ਹੈ, ਜਾਂ ਜਿਹੜੇ ਵੈਟਲੈਂਡ ਕਾਫੀ ਵਿਲੁਪਤ ਹੋਣ ਦੇ ਕੰਢੇ ਤੇ ਆ, ਤੇ ਉਹਨਾਂ ਦੀ ਸਾਂਭ ਸੰਭਾਲ ਲਈ ਕਾਫੀ ਅਰਜੈਂਟ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਸਾਰੇ ਇੰਪੋਰਟੈਂਟ ਵੈਟਲੈਂਡ ਦੀ ਲਿਸਟ ਨੂੰ ਕਹਿੰਦੇ ਆ ਰਾਮਸਰ ਲਿਸਟ। ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਇੰਪੋਰਟੈਂਟ ਆ, ਜਿਨ੍ਹਾਂ ਦੀ ਸੰਭਾਲ ਲਈ ਇਮੀਡੀਏਟਲੀ ਸਟੈਪ ਚੁੱਕਣ ਦੀ ਲੋੜ ਆ, ਉਹਨੂੰ ਕਹਿੰਦੇ ਜੀ ਮੌਂਟ੍ਰਿਕਸ ਰਿਕਾਰਡ। ਮੌਂਟ੍ਰਿਕਸ ਰਿਕਾਰਡ ਨੂੰ ਰਾਮਸਰ ਸੂਚੀ ਦੇ ਹਿੱਸੇ ਵਜੋਂ ਸੰਭਾਲਿਆ ਜਾਂਦਾ ਹੈ। ਇਹ ਰਾਮਸਰ ਕਨਵੈਨਸ਼ਨ ਦੇ ਤਹਿਤ ਇੰਟਰਨੈਸ਼ਨਲ ਇੰਪੋਰਟੈਂਸ ਵਾਲੇ ਅੰਤਰਰਾਸ਼ਟਰੀ ਮਹੱਤਤਾ ਦੇ ਵੈਟਲੈਂਡ ਦੀ ਸੂਚੀ ਵਿੱਚ ਵੈਟਲੈਂਡ ਸਾਈਟਾਂ ਦਾ ਇੱਕ ਰਜਿਸਟਰ ਹੁੰਦਾ ਹੈ ਜੀ। ਜਿਹੜੇ ਇੰਟਰਨੈਸ਼ਨਲ ਲੈਵਲ ਤੇ ਇੰਪੋਰਟੈਂਟ ਵੈਟਲੈਂਡ ਆ, ਉਹਨਾਂ ਦੀ ਲਿਸਟ ਹੁੰਦੀ ਹੈ ਜੀ। ਇਸ ਵਿੱਚ ਉਹ ਸਾਈਟਾਂ ਸ਼ਾਮਲ ਹੁੰਦੀਆਂ ਹਨ ਜਿੱਥੇ ਵਾਤਾਵਰਣਕ ਚਰਿੱਤਰ ਵਿੱਚ, ਇਕੋਲੋਜੀਕਲ ਕਰੈਕਟਰ ਵਿੱਚ ਐਡਵਰਸ ਚੇਂਜਸ, ਉਲਟ ਤਬਦੀਲੀਆਂ ਆਈਆਂ ਹਨ ਜਾਂ ਵਾਪਰ ਰਹੀਆਂ ਹਨ, ਜਾਂ ਪ੍ਰਦੂਸ਼ਣ ਜਾਂ ਤਕਨੀਕੀ ਵਿਕਾਸ ਜਾਂ ਹੋਰ ਮਨੁੱਖੀ ਦਖਲ ਅੰਦਾਜ਼ੀ ਇੰਟਰਫੇਰੈਂਸ
ਮਨੁੱਖੀ ਦਖਲ ਅੰਦਾਜ਼ੀ ਦੇ ਨਤੀਜੇ ਵਜੋਂ ਅਜਿਹਾ ਹੋਣ ਦੀ ਸੰਭਾਵਨਾ ਹੈ। ਉਹਦੇ ਇਕੋਲੋਜੀਕਲ ਕਰੈਕਟਰ ਵਿੱਚ ਚੇਂਜਸ ਆ ਰਹੀਆਂ ਆ ਜਾਂ ਚੇਂਜਸ ਆਉਣ ਦੀ ਕਾਫੀ ਸੰਭਾਵਨਾ ਆ, ਭਾਵ ਇਹਨਾਂ ਨੂੰ ਖਤਰਾ ਆ। ਇਸ ਤਰ੍ਹਾਂ ਇਹਨਾਂ ਸਾਈਟਾਂ ਨੂੰ ਸੰਭਾਲ ਲਈ ਬੜੀ ਪ੍ਰੈਫਰੈਂਸ, ਬੜਾ ਫੋਕਸਡ ਧਿਆਨ ਦੇਣ ਦੀ ਲੋੜ ਹੁੰਦੀ ਹੈ, ਤਰਜੀਹੀ ਧਿਆਨ ਦੇਣ ਦੀ ਲੋੜ ਹੈ ਜੀ ਇਹਨਾਂ ਨੂੰ ਸੰਭਾਲਣ ਲਈ। ਠੀਕ ਹੈ ਜੀ, ਅੱਗੇ ਚੱਲੋ। ਸਾਈਟਾਂ ਨੂੰ ਸਿਰਫ ਇਕਰਾਰਨਾਮੇ ਵਾਲੀਆਂ ਪਾਰਟੀਆਂ, ਜਿੱਥੇ ਉਹ ਵੈਟਲੈਂਡ ਸਥਿਤ ਹੈ, ਜਿਹੜੇ ਪਾਰਟੀਆਂ ਮਤਲਬ ਜਿਹੜੇ ਦੇਸ਼ਾਂ ਵਿੱਚ ਉਹ ਵੈਟਲੈਂਡ ਹੈਗਾ ਆ, ਉਹਨਾਂ ਦੀ ਪ੍ਰਵਾਨਗੀ ਨਾਲ ਹੀ, ਜਿਨ੍ਹਾਂ ਦੇਖੋ ਸਾਰੇ ਦੇਸ਼ਾਂ ਨੇ, ਕਈ ਦੇਸ਼ਾਂ ਨੇ ਆਪਣੇ ਆਪ ਨੂੰ ਭਾਗੀਦਾਰ ਬਣਾਇਆ ਇਸ ਕਨਵੈਨਸ਼ਨ ਦਾ, ਤੇ ਉਹਨਾਂ ਨੇ ਇਕਰਾਰਨਾਮੇ ਤੇ ਸਾਈਨ ਕੀਤੇ ਆ। ਤੇ ਅਜਿਹੇ ਦੇਸ਼ਾਂ ਵਿੱਚ ਕਿਸੇ ਵੈਟਲੈਂਡ ਨੂੰ ਮੌਨਟ੍ਰਿਕਸ ਰਿਕਾਰਡ ਵਿੱਚ ਜੋੜਨਾ ਜਾਂ ਹਟਾਉਣਾ ਉਹ ਉਹਨਾਂ ਦੇਸ਼ਾਂ ਦੀ ਪ੍ਰਵਾਨਗੀ ਦੇ ਨਾਲ ਹੀ ਹੋ ਸਕਦਾ ਹੈ। ਸਾਈਟਾਂ ਨੂੰ ਸਿਰਫ ਇਕਰਾਰਨਾਮੇ ਵਾਲੀਆਂ ਪਾਰਟੀਆਂ ਕਿਹੜੀਆਂ, ਜਿੱਥੇ ਉਹ ਵੈਟਲੈਂਡ ਸਥਿਤ ਹਨ, ਉਹਨਾਂ ਦੀ ਪ੍ਰਵਾਨਗੀ ਨਾਲ ਰਿਕਾਰਡ ਵਿੱਚ ਜੋੜਿਆ ਜਾਂ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਮੌਨਟ੍ਰਿਕਸ ਰਿਕਾਰਡ ਵਿੱਚ ਕਿਹੜੀਆਂ ਵੈਟਲੈਂਡ ਸਾਈਟਾਂ ਹੈਗੀਆਂ ਹੈ। ਸਾਈਟਾਂ ਭਾਵ ਜਗ੍ਹਾਵਾਂ। ਤੁਸੀਂ 3 ਯਾਦ ਰੱਖਣੀਆਂ ਜੀ। ਭਾਰਤ ਦੀਆਂ 3 ਸਾਈਟਾਂ, ਇੱਕ ਹੈ ਜੀ ਚਿਲਿਕਾ ਲੇਕ ਉੜੀਸਾ, ਇੱਕ ਹੈ ਜੀ ਲੋਕਟੇਕ ਝੀਲ ਮਣੀਪੁਰ ਦੀ, ਤਾਂ ਇੱਕ ਹੈ ਜੀ ਕਿਓਲੇਡੀਓ ਨੈਸ਼ਨਲ ਪਾਰਕ ਰਾਜਸਥਾਨ। ਇਹ 3 ਸਾਈਟਾਂ ਨੂੰ ਮੌਨਟ੍ਰਿਕਸ ਰਿਕਾਰਡ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਹਨਾਂ ਵਿੱਚੋਂ ਜਿਹੜੀ ਹੈ ਚਿਲਿਕਾ ਲੇਕ, ਉਹਨੂੰ ਇਸ ਰਿਕਾਰਡ ਤੋਂ ਫਿਰ ਬਾਅਦ ਵਿੱਚ ਹਟਾ ਲਿਆ ਗਿਆ, ਤੇ ਇਸ ਵੇਲੇ ਸਿਰਫ 2 ਸਾਈਟਾਂ ਆ ਜੀ ਇਸ ਰਿਕਾਰਡ ਵਿੱਚ, ਇੱਕ ਹੈ ਜੀ ਲੋਕਟੇਕ ਝੀਲ ਤਾਂ ਇੱਕ ਹੈ ਜੀ ਕਿਓਲੇਡੀਓ ਨੈਸ਼ਨਲ ਪਾਰਕ ਰਾਜਸਥਾਨ ਵਿੱਚ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ। ਕਿਹੜੀਆਂ ਸਾਈਟਾਂ ਮੌਨਟ੍ਰਿਕਸ ਰਿਕਾਰਡ ਵਿੱਚ ਹੈਗੀਆਂ ਆ, ਤੇ ਕਿਹੜੀ ਅਜਿਹੀ ਸਾਈਟ ਜਿਹੜੀ ਮੌਨਟ੍ਰਿਕਸ ਰਿਕਾਰਡ ਵਿੱਚ ਸੀਗੀ ਉਹਨੂੰ ਹਟਾ ਲਿਆ ਗਿਆ, ਬਾਹਰ ਲਿਆਂਦਾ ਗਿਆ। ਇਹ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਪੜ੍ਹਦੇ ਹਾਂ ਜੀ। ਪਹਿਲੀ ਸਾਈਟ ਹੈ ਜੀ ਚਿਲਿਕਾ ਲੇਕ, ਕਿੱਥੇ, ਉੜੀਸਾ ਵਿੱਚ। ਇਸ ਨੂੰ 1993 ਵਿੱਚ, ਕਿਹੜੇ ਸਾਲ ਵਿੱਚ ਐਗਜ਼ੈਕਟ ਤੁਸੀਂ ਯਾਦ ਨਹੀਂ ਕਰਨਾ, ਹਾਂ 1992, 93, 94 ਦੀ ਗੱਲਾਂ ਆ। ਇਸ ਨੂੰ ਪਹਿਲਾਂ ਮੌਨਟ੍ਰਿਕਸ ਰਿਕਾਰਡ ਵਿੱਚ ਸਿਲਟ ਜਮ੍ਹਾਂ ਹੋਣ ਕਾਰਨ ਰੱਖਿਆ ਗਿਆ ਸੀ। ਇਸ ਝੀਲ ਵਿੱਚ ਨਾ ਕਾਫੀ ਮਿੱਟੀ ਦੇ ਕਣ ਆ ਗਏ ਸੀ ਜੀ, ਮੋਟੇ ਮਿੱਟੀ ਦੇ ਕਣ ਆ ਗਏ ਸੀ, ਸਸਪੈਂਡਡ ਕਣ ਸੀਗੇ, ਤੇ ਇਸ ਕਰਕੇ ਇਹ ਝੀਲ ਦਾ ਜੋ ਨੈਚੁਰਲ ਪੋਟੈਂਸ਼ੀਅਲ ਸੀ, ਬਾਇਓਲੋਜੀਕਲ ਪੋਟੈਂਸ਼ੀਅਲ, ਉਹ ਕਾਫੀ ਡਿੱਗ ਗਿਆ, ਤੇ ਇਸਨੇ ਝੀਲ ਦੇ ਮੂੰਹ ਨੂੰ ਘੁੱਟ ਰੱਖਿਆ ਸੀ। ਮੂੰਹ ਕੀ ਹੁੰਦਾ ਝੀਲ ਦਾ ਜੀ? ਮੂੰਹ ਹੁੰਦਾ ਉਹ ਜਗ੍ਹਾ ਜਿੱਥੇ ਕੋਈ ਵੀ ਵਾਟਰ ਬੋਡੀ ਹੈ ਨਾ, ਉਹ ਵੱਡੇ ਵਾਟਰ ਬੋਡੀ ਨੂੰ ਮਿਲਦੀ ਆ। ਕੋਈ ਝੀਲ ਆ, ਕੋਈ ਨਦੀ ਆ, ਜਿੱਥੇ ਸਮੁੰਦਰ ਨੂੰ ਮਿਲਦੀ ਆ, ਉਹਨੂੰ ਕਹਿੰਦੇ ਉਹਦਾ ਮਾਊਥ। ਮੰਨ ਲਓ ਆਹ ਤੁਹਾਡੀ ਕੋਈ ਵੈਟਲੈਂਡ ਆ, ਆਹ ਸਮੁੰਦਰ ਆ, ਤਾਂ ਜਿੱਥੇ ਕੋਈ ਵੈਟਲੈਂਡ, ਝੀਲ, ਨਦੀ ਸਮੁੰਦਰ ਨੂੰ ਵੱਡੇ ਪਾਣੀ ਦੀ ਬੋਡੀ ਨੂੰ ਮਿਲਦੀ ਆ, ਉਹਨੂੰ ਕਹਿੰਦੇ ਜੀ ਉਹਦਾ ਮੂੰਹ। ਤਾਂ ਇਸ ਸਿਲਟ ਕਰਕੇ ਨਾ ਇਹ ਮੂੰਹ ਘੁੱਟਿਆ ਗਿਆ ਸੀ, ਤੇ ਫਿਰ ਤੁਸੀਂ ਹਿਸਾਬ ਲਾ ਲਓ, ਫਿਰ ਇਧਰੋਂ ਪਾਣੀ ਇੱਧਰ ਨਹੀਂ ਆਉਂਦਾ ਹੋਏਗਾ, ਹਨਾ, ਤੇ ਇਹ ਸਿਸਟਮ ਖਰਾਬ ਹੋ ਗਿਆ ਸੀ, ਮਿੱਟੀ ਬਹੁਤ ਜੰਮ ਗਈ ਸੀ। ਪਰ ਬਾਅਦ ਵਿੱਚ ਸਰਕਾਰਾਂ ਨੇ ਚੰਗੇ ਉਪਰਾਲੇ ਕੀਤੇ ਤਾਂ ਇਸ ਝੀਲ ਨੂੰ ਸਾਫ਼ ਕੀਤਾ, ਤੇ ਨਤੀਜਾ ਇਹ ਹੋਇਆ ਕਿ ਝੀਲ ਦੀ ਗੁਣਵੱਤਾ ਵਿੱਚ ਵ੍ਰਿੱਧੀ ਹੋਈ, ਤੇ ਬਾਅਦ ਵਿੱਚ ਇਸ ਨੂੰ ਮੌਨਟ੍ਰਿਕਸ ਰਿਕਾਰਡ ਤੋਂ ਕੱਢ ਲਿਆ ਗਿਆ। ਸਰਕਾਰ ਦੇ ਮੁੜ ਵਸੇਵੇ ਦੇ ਯਤਨਾਂ ਦੇ ਬਾਅਦ ਇਸ ਨੂੰ 2002 ਵਿੱਚ ਮੌਨਟ੍ਰਿਕਸ ਰਿਕਾਰਡ ਤੋਂ ਹਟਾ ਦਿੱਤਾ ਗਿਆ ਸੀ। ਠੀਕ ਹੈ ਜੀ, ਅਗਲਾ ਪੁਆਇੰਟ ਦੇਖੋ ਜੀ। ਲੋਕਟੇਕ ਝੀਲ, ਇਹ ਕਿੱਥੇ ਆ ਜੀ? ਮਣੀਪੁਰ ਵਿੱਚ। ਇਸ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਆ ਗਈ ਸੀ। ਇਸ ਦੀ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨ 1993 ਵਿੱਚ ਮੌਨਟ੍ਰਿਕਸ ਰਿਕਾਰਡ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ। ਮੁੱਖ ਕਾਰਨ ਕੀ ਸੀ ਜੀ? ਜਲ ਗ੍ਰਹਿਣ ਖੇਤਰ, ਜਲ ਗ੍ਰਹਿਣ ਮਤਲਬ ਕੈਚਮੈਂਟ ਏਰੀਆ, ਉਹ ਏਰੀਆ ਜਿੱਥੋਂ ਝੀਲ ਵਿੱਚ ਪਾਣੀ ਆਉਂਦਾ ਆ, ਉਸ ਏਰੀਏ ਵਿੱਚ ਜੰਗਲਾਂ ਦੀ ਕਟਾਈ ਹੋ ਗਈ, ਪ੍ਰਦੂਸ਼ਣ ਵੱਧ ਗਿਆ ਸੀ। ਆਸ-ਪਾਸ ਦੇ ਏਰੀਏ ਵਿੱਚ ਜੰਗਲਾਂ ਦੀ ਕਟਾਈ ਹੋ ਰਹੀ ਸੀ, ਪ੍ਰਦੂਸ਼ਣ ਵੱਧ ਗਿਆ ਸੀ, ਤੇ ਪਾਣੀ ਵਿੱਚ ਪਾਏ ਜਾਣ ਵਾਲਾ ਇੱਕ ਹੁੰਦਾ ਪੌਦਾ ਜੀ, ਵੀਡ ਹੁੰਦਾ ਅਨਵਾਂਟਡ ਪਲਾਂਟ, ਹਾਈਸੈਂਥ, ਵਾਟਰ ਹਾਈਸੈਂਥ, ਪਾਣੀ ਦਾ ਹਾਈਸੈਂਥ, ਜਲਕੁੰਭੀ, ਇਹ ਕਾਫੀ ਵਧਣ ਲੱਗ ਗਈ ਸੀ। ਇਹਦਾ ਸੰਕਰਮਣ ਹੋਣ ਲੱਗ ਗਿਆ ਸੀ, ਭਾਵ ਉਸ ਏਰੀਏ ਵਿੱਚ ਕਾਫੀ ਇਹ ਬੂਟਾ ਪੈਦਾ ਹੋਣ ਲੱਗ ਗਿਆ ਸੀ। ਇਹਨਾਂ ਕਾਰਨਾਂ ਕਰਕੇ ਪਾਣੀ ਦੀ ਗੁਣਵੱਤਾ ਵਿੱਚ ਕਾਫੀ ਗਿਰਾਵਟ ਆ ਗਈ ਸੀ। ਨਾਲ ਹੀ ਲਾਗੇ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੀ ਉਸਾਰੀ ਹੋ ਰਹੀ ਸੀ, ਜਿਸ ਕਾਰਨ
ਇਸ ਖੇਤਰ ਦੀਆਂ ਮੱਛੀਆਂ ਦੀਆਂ ਕਈ ਮੂਲ ਕਿਸਮਾਂ ਦਾ ਵਿਨਾਸ਼ ਹੋਇਆ ਸੀ। ਕਈ ਪੰਗਿਆਂ ਕਰਕੇ ਇਸ ਲੇਕ ਨੂੰ ਨੁਕਸਾਨ ਬਹੁਤ ਪਹੁੰਚਿਆ ਸੀ। ਤਾਂ ਇਸ ਕਰਕੇ ਇਹ ਲੇਕ ਨੂੰ, ਇਸ ਝੀਲ ਨੂੰ ਮੌਂਟ੍ਰਿਕਸ ਰਿਕਾਰਡ ਵਿੱਚ ਸ਼ਾਮਲ ਕਰ ਲਿਆ ਗਿਆ। ਭਾਵ ਇਹਨੂੰ ਬਹੁਤ ਖਤਰਾ ਹੋ ਰਿਹਾ ਆ। ਇਹ ਰਿਕਾਰਡ ਵਿੱਚ ਹੱਲੇ ਵੀ ਹੈ। ਅੱਗੇ ਹੈ ਜੀ ਕਿਊਲੇਡੀਓ ਨੈਸ਼ਨਲ ਪਾਰਕ, ਜਿਹਨੂੰ ਪਹਿਲਾਂ ਬਰਤਪੁਰ ਬਰਡ ਸੈਂਚੁਰੀ ਵੀ ਕਿਹਾ ਜਾਂਦਾ ਸੀ। ਕਿੱਥੇ ਆ ਜੀ? ਇਹ ਰਾਜਸਥਾਨ ਵਿੱਚ। ਹਾਂ, ਇਹ ਵੀ ਯਾਦ ਰੱਖਣਾ। ਲੌਕਟਿਕ ਲੇਕ ਕਿੱਥੇ ਆ? ਮਣੀਪੁਰ। ਕਿਊਲੇਡੀਓ ਨੈਸ਼ਨਲ ਪਾਰਕ ਕਿੱਥੇ ਆ? ਰਾਜਸਥਾਨ ਵਿੱਚ। ਚਿਲਿਕਾ ਲੇਕ ਕਿੱਥੇ ਆ? ਉੜੀਸਾ ਵਿੱਚ। ਇਸ ਨੂੰ 1990 ਵਿੱਚ ਪਾਣੀ ਦੀ ਘਾਟ ਕਰਕੇ ਅਤੇ ਇਸ ਦੇ ਆਲੇ ਦੁਆਲੇ ਅਸੰਤੁਲਿਤ ਚਰਾਉਣ ਗ੍ਰੀਜ਼ਿੰਗ ਬਹੁਤ ਜ਼ਿਆਦਾ ਕਰਾ ਲਈ ਜੀ ਆਸੇ-ਪਾਸੇ ਦੇ ਖੇਤਰ ਵਿੱਚ, ਤੇ ਘਾਹ ਹੀ ਨਹੀਂ ਰਿਹਾ ਜੀ, ਇਕੋਸਿਸਟਮ ਖਰਾਬ ਹੋਣ ਲੱਗ ਗਿਆ। ਇਹਨਾਂ ਕਾਰਨਾਂ ਕਰਕੇ ਮੌਂਟ੍ਰਿਕਸ ਰਿਕਾਰਡ ਵਿੱਚ ਰੱਖਿਆ ਗਿਆ ਸੀ। ਤੇ ਨਾਲ ਹੀ ਨਾਲ ਇੱਕ ਇਨਵੈਸਿਵ ਘਾਹ ਦੀ ਸਪੀਸੀਜ਼ ਸੀਗੀ, ਜਿਹਨੂੰ ਕਹਿੰਦੇ ਜੀ ਪਾਸਪਲਮ ਡਿਸਟਿਸ਼ਮ। ਇਹ ਘਾਹ ਦੀ ਸਪੀਸੀਜ਼ ਇੱਥੇ ਕਾਫੀ ਵਧਣ ਲੱਗ ਗਈ ਸੀ, ਤਾਂ ਇਸ ਕਰਕੇ ਇਸ ਏਰੀਏ ਨੂੰ ਖਤਰਾ ਹੋ ਗਿਆ ਸੀ ਤੇ ਇਹਦੇ ਇਕੋਲੋਜੀਕਲ ਕਰੈਕਟਰ ਨੂੰ ਉਸਨੇ ਬਦਲ ਦਿੱਤਾ। ਅਤੇ ਇਸ ਤਰ੍ਹਾਂ ਵਾਟਰ ਬਰਡ ਦੀਆਂ ਕੁਝ ਕਿਸਮਾਂ ਅਜਿਹੇ ਪੰਛੀ ਜੋ ਪਾਣੀ ਵਿੱਚ ਪਾਏ ਜਾਂਦੇ ਜਾਂ ਇੱਥੇ ਪਾਏ ਜਾਂਦੇ ਸੀ, ਉਹਨਾਂ ਦੀਆਂ ਕਿਸਮਾਂ ਖਾਸ ਕਰਕੇ ਸਾਈਬੇਰੀਅਨ ਕ੍ਰੇਨ ਲਈ ਇਸ ਦੀ ਅਨੁਕੂਲਤਾ ਘਟ ਗਈ ਸੀ। ਘਾਹ ਨਹੀਂ ਰਿਹਾ ਤੇ ਅਸੰਤੁਲਿਤ ਘਾਹ ਚਰਾਇਆ ਜੀ, ਉਹਨਾਂ ਦਾ ਓਰੀਜਨਲ ਘਾਹ ਘਟ ਗਿਆ ਤੇ ਕੋਈ ਹੋਰ ਹੀ ਬੂਟੀ ਘਾਹ ਦੀ ਪੈਦਾ ਹੋ ਗਈ ਜੀ। ਠੀਕ, ਤੇ ਇਹ ਵੈਟਲੈਂਡ ਵੀ ਕਾਫੀ ਚੇਂਜ ਹੋ ਗਿਆ, ਬਦਲ ਗਿਆ, ਇਹਦਾ ਇਕੋਲੋਜੀਕਲ ਕਰੈਕਟਰ ਬਦਲ ਗਿਆ। ਤਾਂ ਇੱਕ ਖਾਸ ਵਾਟਰ ਬਰਡ, ਕੁਝ ਵਾਟਰ ਬਰਡ ਜਿਨ੍ਹਾਂ ਵਿੱਚ ਖਾਸ ਤੌਰ ਤੇ ਕੀ ਨਾਮ ਆਉਂਦਾ ਜੀ ਸਾਈਬੇਰੀਅਨ ਕ੍ਰੇਨ, ਉਹ ਇੱਥੇ ਘਟ ਗਿਆ ਜੀ ਆਉਣਾ। ਉਹਦੇ ਲਈ ਇਹਦੀ ਇਸ ਸਿਸਟਮ ਦੀ ਅਨੁਕੂਲਤਾ ਘਟ ਗਈ। ਤਾਂ ਇਹ ਸਭ ਗੱਲਾਂ ਕਰਕੇ ਕਿਊਲੇਡੀਓ ਨੈਸ਼ਨਲ ਪਾਰਕ ਨੂੰ ਵੀ ਮੌਂਟ੍ਰਿਕਸ ਰਿਕਾਰਡ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਇਹ ਹੱਲੇ ਵੀ ਹੈ। ਵਰਤਮਾਨ ਵਿੱਚ ਭਾਰਤ ਵਿੱਚ ਸਿਰਫ ਲੌਕਟਿਕ ਝੀਲ, ਲੌਕਟਿਕ ਲੇਕ ਅਤੇ ਕਿਊਲੇਡੀਓ ਨੈਸ਼ਨਲ ਪਾਰਕ ਹੀ ਦੋ ਅਜਿਹੇ ਵੈਟਲੈਂਡਸ ਹਨ ਜੋ ਮੌਂਟ੍ਰਿਕਸ ਰਿਕਾਰਡ ਸਾਈਟਾਂ ਹਨ। ਠੀਕ ਹੈ ਜੀ। ਅਗਲਾ ਪੁਆਇੰਟ ਦੇਖੋ ਜੀ, ਈਸਚੁਰੀ ਇਕੋਸਿਸਟਮ। ਈਸਚੁਰੀ ਜਿਹੜਾ ਯਾਦ ਕਰੋ, ਪਹਿਲੇ ਚੈਪਟਰ 'ਚ ਅਸੀਂ ਪੜ੍ਹਿਆ ਸੀ, ਜਦੋਂ ਨਦੀ ਆਉਂਦੀ ਆ ਆਹ ਸਮੁੰਦਰ ਆ, ਇਹ ਸਮੁੰਦਰ ਨੂੰ ਮਿਲਣ ਲੱਗਦੀ ਆ ਤੇ ਇੱਥੇ ਕਿਤੇ ਇੱਦਾਂ ਐਨਕਲੋਜ਼ ਜਿਹਾ ਏਰੀਏ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ, ਜਿੱਥੇ ਸਮੁੰਦਰ ਤੋਂ ਵੀ ਪਾਣੀ ਜਾ ਕੇ ਜਮ੍ਹਾਂ ਹੋ ਗਿਆ ਜੀ ਤੇ ਨਦੀ ਦਾ ਪਾਣੀ ਵੀ ਜਮ੍ਹਾਂ ਹੋ ਗਿਆ। ਐਨਕਲੋਜ਼ਡ ਏਰੀਆ ਉਹਨੂੰ ਕਹਿੰਦੇ ਆ ਜੀ ਈਸਚੁਰੀ। ਜਿਵੇਂ ਕਿ ਪਹਿਲੇ ਅਧਿਆਇ ਵਿੱਚ ਮੁਹਾਵਰਾ ਨਹੀਂ ਕਹਿਣਾ ਤੇ ਈਸਚੁਰੀ ਬਾਰੇ ਪਹਿਲਾਂ ਹੀ ਚਰਚਾ ਕੀਤੀ ਜਾ ਚੁੱਕੀ ਹੈ। ਥੋੜੀ ਅਸੀਂ ਹੁਣ ਇਹਨੂੰ ਹੋਰ ਰਿਵਾਈਜ਼ ਕਰ ਲਈਏ। ਇੱਥੇ ਮੁਹਾਵਰਾ ਨਹੀਂ ਸ਼ਬਦ ਚੂਜ਼ ਕਰਨਾ, ਇੱਥੇ ਈਸਚੁਰੀ ਸ਼ਬਦ ਚੂਜ਼ ਕਰੋ। ਈਸਚੁਰੀ, ਵੈਸੇ ਮੁਹਾਨਾ ਕਹਿੰਦੇ ਆ ਪੰਜਾਬੀ ਵਿੱਚ, ਇੱਥੇ ਮੁਹਾਵਰਾ ਲਿਖੋਗੇ ਆ, ਇੱਥੇ ਤੁਸੀਂ ਈਸਚੁਰੀ ਸ਼ਬਦ ਚੂਜ਼ ਕਰੋ। ਈਸਚੁਰੀ ਅਜਿਹੇ ਜਲ ਸਥਾਨ ਹੁੰਦੇ ਹਨ ਜਿੱਥੇ ਸਤ੍ਹਾ ਦੇ ਵਹਿਣ ਦਾ ਤਾਜ਼ਾ ਪਾਣੀ, ਸਰਫੇਸ ਰਨ ਆਫ ਤੋਂ ਨਦੀਆਂ ਦੁਆਰਾ ਲਿਆਂਦਾ ਗਿਆ ਤਾਜ਼ਾ ਪਾਣੀ, ਸਮੁੰਦਰ ਤੋਂ ਲਹਿਰਾਂ ਦੁਆਰਾ ਲਿਜਾਏ ਜਾਣ ਵਾਲੇ ਖਾਰੇ ਪਾਣੀ ਨਾਲ ਰਲ ਜਾਂਦਾ ਹੈ। ਮੈਂ ਗੱਲ ਦੱਸੀ ਕਿ ਇੱਕ ਪਾਸਿਓਂ ਸਾਫ਼ ਪਾਣੀ ਆ ਰਿਹਾ ਨਦੀਆਂ ਦਾ, ਦੂਜੇ ਪਾਸੇ ਸਮੁੰਦਰ ਦਾ ਪਾਣੀ ਆ, ਤੇ ਇੱਥੇ ਕੰਢੇ ਤੇ ਇਹਨਾਂ ਦੀ ਆਪਸ 'ਚ ਕੀ ਹੈ ਜੀ, ਇੰਟਰਮਿਕਸਿੰਗ ਹੋ ਜਾਂਦੀ ਆ। ਠੀਕ ਹੈ, ਤੇ ਇਹਨਾਂ ਨੂੰ ਕਹਿੰਦੇ ਜੀ ਈਸਚੁਰੀ। ਈਸਚੁਰੀ ਵਿੱਚ ਬਹੁਤ ਘੱਟ ਲਹਿਰਾਂ ਦੀ ਕਾਰਵਾਈ ਹੁੰਦੀ ਹੈ ਕਿਉਂਕਿ ਇਹ ਅਨਕਲੋਜ਼ ਜਿਹਾ ਏਰੀਆ ਆ, ਇਸ ਕਰਕੇ ਸਮੁੰਦਰ ਦੀਆਂ ਲਹਿਰਾਂ ਇਹਨੂੰ ਬਹੁਤਾ ਤੰਗ ਨਹੀਂ ਕਰਦੀਆਂ। ਇਸ ਲਈ ਇਹ ਕੁਝ ਜਾਨਵਰਾਂ ਲਈ ਇੱਕ ਸ਼ਾਂਤ ਪਨਾਹਗਾਰ ਅਤੇ ਆਸਰਾ ਪ੍ਰਦਾਨ ਕਰਦੀ ਹੈ। ਕੁਝ ਖਾਸ ਕਿਸਮ ਦੇ ਜਾਨਵਰ ਇੱਥੇ ਆਰਾਮ ਨਾਲ ਰਹਿ ਸਕਦੇ ਆ ਕਿਉਂਕਿ ਸਮੁੰਦਰ ਦੀਆਂ ਲਹਿਰਾਂ ਇੱਥੇ ਬਹੁਤਾ ਅਟੈਕ ਨਹੀਂ ਕਰਦੀਆਂ। ਇਹ ਹੋ ਗਿਆ ਜੀ ਇਹਦਾ ਫਾਇਦਾ। ਇਹ ਇੱਕ ਬਹੁਤ ਹੀ ਉਤਪਾਦਕਤਾ, ਪ੍ਰੋਡਕਟਿਵਿਟੀ ਵਾਲਾ ਖੇਤਰ ਹੈ। ਕਿਉਂਕਿ ਇੱਥੇ ਪੌਸ਼ਟਿਕ ਤੱਤਵ ਤਾਜ਼ੇ ਨਦੀਆਂ ਦੇ ਪਾਣੀ ਤੋਂ ਵੀ ਮਿਲ ਜਾਂਦੇ ਇੱਥੇ ਆ ਕੇ, ਤੇ ਸਮੁੰਦਰੀ ਪਾਣੀ, ਦੋਵਾਂ ਚੋਂ ਉੱਚ ਮਾਤਰਾ ਵਿੱਚ ਪੌਸ਼ਟਿਕ ਤੱਤ ਇੱਥੇ ਆ ਜਾਂਦੇ ਆ। ਪੌਸ਼ਟਿਕ ਤੱਤ ਇੱਥੇ ਕਾਫੀ ਹੁੰਦੇ ਆ, ਇਸ ਕਰਕੇ ਇਸ ਸਿਸਟਮ ਦੀ ਪ੍ਰੋਡਕਟਿਵਿਟੀ ਕਾਫੀ ਜ਼ਿਆਦਾ ਆ ਕਿਉਂਕਿ ਨਦੀਆਂ ਦਾ ਤਾਜ਼ਾ ਪਾਣੀ ਤੇ ਸਮੁੰਦਰ ਦਾ ਖਾਰਾ ਪਾਣੀ, ਦੋਵਾਂ ਤੋਂ ਪੌਸ਼ਟਿਕ ਤੱਤਵ ਇੱਥੇ ਆ ਜਾਂਦੇ ਆ। ਓਕੇ ਜੀ। ਈਸਚੁਰੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਖੇਤਰ ਹਨ, ਜਿਹੜੇ ਕੰਢੇ ਵਾਲੇ ਕੋਸਟਲ ਖੇਤਰ ਆ, ਤੇ ਉੱਥੇ ਜਿੱਥੇ ਈਸਚੁਰੀਆਂ ਨਾ, ਉੱਥੇ ਆਬਾਦੀ ਕਾਫੀ ਪਾਈ ਜਾਂਦੀ ਹੈ। ਤੇ ਦੁਨੀਆ ਦੀ ਲਗਭਗ 60% ਆਬਾਦੀ, ਅੱਧੀ ਤੋਂ ਜ਼ਿਆਦਾ ਆਬਾਦੀ ਨਦੀਆਂ ਅਤੇ ਤੱਟਾਂ ਦੇ ਨਾਲ ਰਹਿੰਦੀ ਹੈ। ਓਕੇ ਜੀ। ਤਾਂ ਈਸਚੁਰੀਆਂ ਨੂੰ ਆਮ ਤੌਰ ਤੇ ਉਹਨਾਂ ਦੀ ਭੂ ਵਿਗਿਆਨਿਕ ਵਿਸ਼ੇਸ਼ਤਾ ਜਾਂ ਪਾਣੀ ਦੇ ਗੇੜ ਦੇ ਪੈਟਰਨਾਂ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ। ਈਸਚੁਰੀ ਵਿੱਚ ਕਈ ਸਬ ਕੈਟਾਗਰੀਆਂ ਆ ਜਾਂਦੀਆਂ ਹਨ। ਇਸ ਤਰ੍ਹਾਂ ਉਹ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ। ਈਸਚੁਰੀਆਂ ਥੋੜਾ ਬਹੁਤ ਉਹਨਾਂ ਦੀ ਆਪਣੀ ਬਣਤਰ ਦੇ ਆਧਾਰ ਤੇ ਉਹਨਾਂ ਵਿੱਚ ਪਾਣੀ ਦਾ ਸਰਕੂਲੇਸ਼ਨ ਕਿਸ ਤਰ੍ਹਾਂ ਹੁੰਦਾ ਆ,
ਇਸ ਤਰ੍ਹਾਂ ਦੀਆਂ ਕੁਝ ਡਿਵੀਜ਼ਨ ਦੇ ਆਧਾਰ ਤੇ ਕਿਤੇ ਇਹਨਾਂ ਨੂੰ ਲਗੂਨ ਕਿਹਾ ਜਾਂਦਾ ਹੈ, ਕਿਤੇ ਬੇ ਕਹਿ ਦਿੱਤਾ ਜਾਂਦਾ ਹੈ, ਖਾੜੀ ਕਹਿ ਦਿੱਤਾ ਜਾਂਦਾ ਹੈ, ਕਿਤੇ ਹਾਰਬਰ ਕਹਿ ਦਿੱਤਾ ਜਾਂਦਾ ਹੈ, ਬੰਦਰਗਾਹ, ਕਿਤੇ ਇਨਲੈਟ ਕਹਿ ਦਿੱਤਾ ਜਾਂਦਾ ਹੈ, ਵਗੈਰਾ ਵਗੈਰਾ ਵਗੈਰਾ। ਠੀਕ ਹੈ ਜੀ। ਇਹ ਕੁਝ ਘੁਲੇ ਹੋਏ ਤੱਤਾਂ ਦੇ ਨਾਲ ਨਾਲ ਨਦੀ ਦੇ ਪਾਣੀ ਦੇ ਕੁਝ ਪ੍ਰਦੂਸ਼ਕ ਲਈ ਫਿਲਟਰ ਵਜੋਂ ਵੀ ਕੰਮ ਕਰਦੇ ਹਨ। ਨਦੀ 'ਚ ਜੋ ਕੁਝ ਘੁਲਿਆ ਆ, ਚਾਹੇ ਕੁਝ ਤੱਤ ਘੁਲੇ ਆ, ਚਾਹੇ ਕੁਝ ਪੋਲਿਊਟੈਂਟ ਘੁਲੇ ਆ, ਉਹਨਾਂ ਨੂੰ ਇਹ ਫਿਲਟਰ ਕਰ ਲੈਂਦੇ ਜੀ। ਇਹ ਵੀ ਇਹਨਾਂ ਦਾ ਕੰਮ ਆ। ਕਿਉਂ? ਕਿਉਂਕਿ ਜੋ ਨਦੀ ਆਉਂਦੀ ਆ, ਨਦੀ ਸਮੁੰਦਰ ਵਿੱਚ ਮਿਲਣ ਲੱਗਦੀ ਆ ਤੇ ਈਸਚੁਰੀ ਦੇ ਕੋਲ ਆ ਕੇ ਉਹ ਸਲੋ ਹੋ ਜਾਂਦੀ ਆ ਤੇ ਸਲੋ ਹੋ ਕੇ ਉਹ ਆਪਣੇ ਤੱਤ ਇੱਥੇ ਜਮ੍ਹਾਂ ਕਰ ਦਿੰਦੀ ਆ, ਜਿਵੇਂ ਚਿੱਕੜ ਜਾਂ ਰੇਤ ਦੇ ਕਣ ਉਹ ਇੱਥੇ ਜਮ੍ਹਾਂ ਕਰ ਦਿੰਦੀ ਆ, ਫਿਲਟਰ ਹੋ ਜਾਂਦੇ ਜੀ। ਇੱਕ ਸਿਹਤਮੰਦ ਈਸਚੁਰੀ ਕਈ ਤਰ੍ਹਾਂ ਦੇ ਪੌਦਿਆਂ ਅਤੇ ਜਾਨਵਰਾਂ ਦਾ ਸਮਰਥਨ ਕਰਦੀ ਹੈ, ਉਹਨਾਂ ਦੀ ਗਰੋਥ ਨੂੰ ਪ੍ਰਮੋਟ ਕਰਦੀ ਹੈ। ਇਹ ਤੱਟਵਰਤੀ ਖੇਤਰਾਂ ਅਤੇ ਸਮੁੰਦਰੀ ਵਾਤਾਵਰਣ ਵਿਚਕਾਰ ਇੱਕ ਬਫਰ ਬਣਾਉਂਦਾ ਹੈ। ਇੱਕ ਪਾਸੇ ਕੀ ਹੈ ਜੀ, ਸਮੁੰਦਰ ਦਾ ਇਕੋਸਿਸਟਮ ਆ, ਇੱਕ ਪਾਸੇ ਕੋਸਟਲ ਆ, ਤੇ ਇਹਨਾਂ ਦੋਵਾਂ ਦੇ ਵਿਚਕਾਰ ਬਫਰ ਦਾ ਕੰਮ ਕਰਦਾ ਜੀ। ਹੁਣ ਮੰਨ ਲਓ ਕਿ ਆਹ ਤੁਹਾਡਾ ਆ ਤੱਟ ਆ ਜੀ, ਆਹ ਤੁਹਾਡੀ ਈਸਚੁਰੀ ਆ। ਹੁਣ ਸਮੁੰਦਰ ਦੀਆਂ ਲਹਿਰਾਂ ਆਈਆਂ ਤਾਂ ਇੱਥੇ ਲੋਕ ਰਹਿੰਦੇ ਆ, ਇਹ ਲੋਕਾਂ ਨੂੰ ਫਿਰ ਬਚਾ ਲੈਂਦੀ ਹੈ ਜੀ, ਕਿਉਂਕਿ ਲਹਿਰਾਂ ਪਹਿਲਾਂ ਈਸਚੁਰੀ ਦੇ ਕੋਲ ਜਾਂਦੀਆਂ ਤੇ ਈਸਚੁਰੀ ਲਹਿਰਾਂ ਨੂੰ ਠੰਡਾ ਕਰ ਦਿੰਦੀ, ਲਹਿਰਾਂ ਨੂੰ ਸ਼ਾਂਤ ਕਰ ਦਿੰਦੀ ਆ। ਬਫਰ ਦਾ ਕੰਮ ਮਤਲਬ ਕੀ ਹੁੰਦਾ ਜੀ, ਵੀ ਕੋਈ ਤਬਦੀਲੀ ਆਈ ਤੇ ਉਸ ਤਬਦੀਲੀ ਦੇ ਪ੍ਰਭਾਵ ਨੂੰ ਘੱਟ ਕਰਨਾ। ਖਾਰਾਪਨ ਅਤੇ ਹੜ੍ਹਾਂ ਦੀ ਮਾਤਰਾ, ਪਾਣੀ ਕਿੰਨਾ ਖਾਰਾ ਆ, ਉਹ 'ਚ ਕਿੰਨੇ ਸਾਲਟ ਆ, ਤੇ ਉੱਥੇ ਕਿੰਨੇ ਹੜ੍ਹ ਹੁੰਦੇ ਆ, ਕਿੰਨਾ ਉੱਥੇ ਫਲੱਡ ਹੁੰਦਾ ਆ। ਇਹ ਦੋ ਅਜਿਹੇ ਰੀਜ਼ਨ ਹਨ ਜੋ ਈਸਚੁਰੀ ਵਿੱਚ ਜੀਵ ਦੇ ਵਿਕਾਸ ਅਤੇ ਵੰਡ ਨੂੰ ਪ੍ਰਭਾਵਿਤ ਕਰਦੇ ਹਨ। ਵੀ ਈਸਚੁਰੀ ਵਿੱਚ ਕਿਸ ਤਰ੍ਹਾਂ ਦੇ ਜੀਵ ਪੈਦਾ ਹੋਊਗੇ, ਉਹਨਾਂ ਦੀ ਡਿਸਟ੍ਰੀਬਿਊਸ਼ਨ ਕੀ ਹੋਊਗੀ, ਇਹ ਡਿਪੈਂਡ ਕਰਦਾ ਹੈ ਜੀ ਉਹ ਈਸਚੁਰੀ ਵਿੱਚ ਸਾਲਟ ਕਿੰਨਾ ਆ ਤੇ ਉੱਥੇ ਕਿੰਨਾ ਕੁ ਫਲੱਡ ਆਉਂਦਾ ਆ ਜੀ। ਠੀਕ ਹੈ ਜੀ, ਇਹ ਗੱਲਾਂ ਤੁਸੀਂ ਪੜ੍ਹ ਲੈਣੀਆਂ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।